ਸਤਿ ਸ੍ਰੀ ਅਕਾਲ। ਸਾਹਿਤਕ ਸਾਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਸਾਹਿਤ ਦੇ ਰੂਪ ਰੇਖਾ ਚਿੱਤਰ ਬਾਰੇ ਚਰਚਾ ਕਰਨ ਲਈ ਹਾਜ਼ਰ ਹੋਏ ਹਾਂ। ਪਰ ਇਸ ਤੋਂ ਪਹਿਲਾਂ ਚੈਨਲ 'ਤੇ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਬੈਲ ਦਾ ਬਟਨ ਵੀ ਦਬਾ ਸਕਦੇ ਹੋ, ਤਾਂ ਜੋ ਅਪਕਮਿੰਗ ਵੀਡੀਓਜ਼ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ। ਔਰ ਨਾਲ ਹੀ ਨਵੇਂ ਜੁੜੇ ਵਿਦਿਆਰਥੀ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਆਪਣੀ ਕਲਾਸ ਦੇ ਨਾਲ ਸੰਬੰਧਿਤ ਪਲੇਲਿਸਟ ਨੂੰ ਓਪਨ ਕਰਕੇ ਹੁਣ ਤੱਕ ਜਾਰੀ ਕੀਤੀਆਂ ਗਈਆਂ ਲੈਕਚਰ ਲੜੀਆਂ ਬਾਰੇ ਵੀ ਜਾਣਕਾਰੀ ਹਾਸਿਲ ਕਰ ਸਕਦੇ ਹੋ। ਔਰ ਆਪਣੇ ਵਿਸ਼ੇ ਦੇ ਬਾਰੇ ਗਿਆਨ ਹਾਸਿਲ ਕਰਨ ਦੇ ਨਾਲ ਅਗਰ ਇਹ ਚੈਨਲ ਤੁਹਾਨੂੰ ਪਸੰਦ ਆ ਰਿਹਾ ਹੈ ਤੇ ਹੋਰ ਵੀ ਆਪਣੇ ਜੋ ਵਿਦਿਆਰਥੀ ਸਾਥੀ ਹਨ ਉਹਨਾਂ ਦੇ ਨਾਲ ਸ਼ੇਅਰ ਕਰਕੇ ਚੈਨਲ ਦੀ ਵਿਕਾਸ ਦੇ ਵਿੱਚ ਆਪਣਾ ਯੋਗਦਾਨ ਵੀ ਪਾ ਸਕਦੇ ਹੋ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਸਭ ਤੋਂ ਪਹਿਲਾਂ ਜਦੋਂ ਅਸੀਂ ਕੋਈ ਵੀ ਪ੍ਰਸ਼ਨ ਦਾ ਉੱਤਰ ਲਿਖ ਰਹੇ ਹੁੰਦੇ ਹਾਂ ਤੇ ਉਸ ਦੇ ਬਾਰੇ ਮੁੱਢਲੀ ਜਾਣਕਾਰੀ ਜਾਂ ਮੁੱਢਲੀ ਜਾਣ ਪਛਾਣ ਜੋ ਹੈ ਭੂਮਿਕਾ ਵਜੋਂ ਦੇਣੀ ਬੇਹੱਦ ਜ਼ਰੂਰੀ ਹੁੰਦੀ ਹੈ। ਸੋ ਰੇਖਾ ਚਿੱਤਰ ਬਾਰੇ ਅਸੀਂ ਜੋ ਹੈ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਰੇਖਾ ਚਿੱਤਰ ਆਧੁਨਿਕ ਜੋ ਸਾਹਿਤ ਹੈ ਇਸ ਦਾ ਇੱਕ ਬੇਹੱਦ ਨਵਾਂ ਪਰ ਬੇਹੱਦ ਮਕਬੂਲ ਸਾਹਿਤ ਰੂਪ ਹੈ। ਇੱਕ ਅਜਿਹੀ ਸੁਤੰਤਰ ਵੰਨਗੀ ਹੈ ਜੋ ਪਾਠਕਾਂ ਦੇ ਵਿੱਚ ਸਰਾਹੀ ਜਾਂਦੀ ਹੈ, ਪ੍ਰਵਾਨ ਹੋ ਚੁੱਕੀ ਹੈ। ਔਰ ਇਸ ਸਾਹਿਤ ਰੂਪ ਨੇ ਪੰਜਾਬੀ ਸਾਹਿਤ ਦੇ ਖੇਤਰ ਦੇ ਵਿੱਚ ਆਪਣਾ ਨਿਵੇਕਲਾ ਇੱਕ ਥਾਂ ਜਾਂ ਨਿਵੇਕਲੀ ਜੋ ਪਛਾਣ ਕਾਇਮ ਕਰ ਲਈ ਹੈ। ਜੋ ਅਰਥ ਹੈ ਰੇਖਾ ਚਿੱਤਰ ਦਾ, ਕਿਉਂਕਿ ਰੇਖਾ ਅਤੇ ਚਿੱਤਰ ਇਹ ਦੋ ਸ਼ਬਦਾਂ ਦੇ ਸੁਮੇਲ ਦੇ ਨਾਲ ਬਣਿਆ ਹੈ। ਭਾਵ ਰੇਖਾਵਾਂ ਦੇ ਦੁਆਰਾ ਕਿਸੇ ਵਿਅਕਤੀ ਵਿਸ਼ੇਸ਼ ਦੇ ਚਿੱਤਰ ਨੂੰ ਪਾਠਕਾਂ ਦੇ ਸਾਹਮਣੇ ਸਾਖਿਆਤ ਰੂਪ ਦੇ ਵਿੱਚ ਜੋ ਹੈ ਖੜਾ ਕਰਨਾ ਜਾਂ ਪੇਸ਼ ਕਰਨਾ, ਇਸ ਨੂੰ ਰੇਖਾ ਚਿੱਤਰ ਕਿਹਾ ਜਾਂਦਾ ਹੈ। ਕਿਉਂਕਿ ਆਮ ਜੋ ਹੈ ਅਸੀਂ ਕੋਈ ਚਿੱਤਰ ਜਦੋਂ ਉਲੀਕਦੇ ਹਾਂ ਤੇ ਉਸ ਦੇ ਵਿੱਚ ਰੰਗ ਭਰਦੇ ਹਾਂ, ਪਰ ਰੇਖਾ ਚਿੱਤਰ ਭਾਵ ਸ਼ਬਦਾਂ ਦੇ ਦੁਆਰਾ ਅਜਿਹੀ ਤਸਵੀਰ ਖੜੀ ਕਰਨੀ ਕਿ ਉਸ ਵਿਅਕਤੀ ਵਿਸ਼ੇਸ਼ ਦੇ ਜੀਵਨ ਦੇ ਜੋ ਰੰਗ ਹਨ ਉਹਨਾਂ ਨੂੰ ਪਾਠਕਾਂ ਦੇ ਸਾਹਮਣੇ ਪੇਸ਼ ਕਰਨਾ। ਰੇਖਾ ਚਿੱਤਰ ਬਾਰੇ ਜੋ ਹੈ ਵਿਦਵਾਨਾਂ ਨੇ ਵੱਖ-ਵੱਖ ਪਰਿਭਾਸ਼ਾਵਾਂ ਦਿੱਤੀਆਂ ਹਨ, ਜਿਨ੍ਹਾਂ ਵਿੱਚ ਡਾਕਟਰ ਹਰਭਜਨ ਸਿੰਘ ਅਨੁਸਾਰ ਰੇਖਾ ਚਿੱਤਰ ਸਾਹਿਤ ਰੂਪ ਨਿੱਕੀ ਕਹਾਣੀ ਤੋਂ ਵੀ ਉਚੇਰੀ ਸਮਰੱਥਾ ਵਾਲਾ ਹੈ। ਭਾਵ ਨਿੱਕੀ ਕਹਾਣੀ ਸਭ ਤੋਂ ਵੱਧ ਪ੍ਰਵਾਨਿਤ ਜਾਂ ਪ੍ਰਸਿੱਧ ਸਾਹਿਤ ਰੂਪ ਹੈ ਪੰਜਾਬੀ ਸਾਹਿਤ ਦਾ, ਔਰ ਰੇਖਾ ਚਿੱਤਰ ਜੋ ਹੈ ਉਸ ਨੂੰ ਨਿੱਕੀ ਕਹਾਣੀ ਤੋਂ ਵੀ ਉਚੇਰੀ ਸਮਰੱਥਾ ਵਾਲਾ ਦੱਸਿਆ ਹੈ ਡਾਕਟਰ ਹਰਭਜਨ ਸਿੰਘ ਨੇ। ਇਸ ਵਿੱਚ ਇੰਨੀ ਲਚਕ ਹੈ ਕਿ ਕਹਾਣੀ, ਨਿਬੰਧ, ਸੰਸਮਰਣ ਅਤੇ ਆਲੋਚਨਾ ਆਦਿ ਦੇ ਤੱਤ ਆਪਣੇ ਅੰਦਰ ਰਚਾ ਸਕਦਾ ਹੈ ਜਾਂ ਸਮਾ ਸਕਦਾ ਹੈ। ਡਾਕਟਰ H.L. ਸ਼ਰਮਾ ਅਨੁਸਾਰ ਰੇਖਾ ਚਿੱਤਰ ਇੱਕ ਵਿਅਕਤੀ, ਸਥਾਨ, ਘਟਨਾ, ਦ੍ਰਿਸ਼ ਦਾ ਅਜਿਹਾ ਵਸਤੂਗਤ ਵਰਣਨ ਕਰਦਾ ਹੈ ਜਿਸ ਨਾਲ ਉਸ ਦੀਆਂ ਬਾਹਰੀ ਵਿਸ਼ੇਸ਼ਤਾਵਾਂ ਅਤੇ ਆਤਮਕ ਵਿਸ਼ੇਸ਼ਤਾਵਾਂ ਦਾ ਸਮਾਵੇਸ਼ ਹੋ ਜਾਂਦਾ ਹੈ। ਇਸ ਵਿੱਚ ਘੱਟ ਤੋਂ ਘੱਟ ਸ਼ਬਦਾਂ ਦੇ ਨਾਲ ਸਜੀਵ ਅਤੇ ਸਰਲ ਅਭਿਵਿਅਕਤੀ ਕਰਨ ਦੀ ਲੋੜ ਹੁੰਦੀ ਹੈ। ਭਾਵ ਜੋ ਹੈ ਸਰਲਤਾ ਅਤੇ ਸਜੀਵਤਾ ਜੋ ਹੈ ਇਹ ਵੀ ਰੇਖਾ ਚਿੱਤਰ ਦਾ ਪ੍ਰਮੁੱਖ ਗੁਣ ਹੈ। ਦ ਨਿਊ ਇਨਸਾਈਕਲੋਪੀਡੀਆ ਬ੍ਰਿਟੈਨਿਕਾ ਅਨੁਸਾਰ ਰੇਖਾ ਚਿੱਤਰ ਵਾਰਤਕ ਦਾ ਅਜਿਹਾ ਸੰਖੇਪ ਬਿਰਤਾਂਤ ਹੈ ਜਿਸ ਵਿੱਚ ਕਿਸੇ ਅਸਲੀ ਜਾਂ ਕਲਪਿਤ ਵਿਅਕਤੀ ਦਾ ਚਰਿੱਤਰ ਚਿੱਤਰਣ ਹੀ ਪ੍ਰਧਾਨ ਹੁੰਦਾ ਹੈ। ਦੂਜੇ ਪਾਸੇ ਡਾਕਟਰ ਕੁਲਬੀਰ ਸਿੰਘ ਕਾਂਗ ਅਨੁਸਾਰ ਰੇਖਾ ਚਿੱਤਰ ਵਿੱਚ ਤ੍ਰੈਮੁਖੀ ਚੇਤਨਾ ਹੈ। ਕਿਹੜੀ? ਕਹਾਣੀ ਕਲਾ, ਆਲੋਚਨਾ ਅਤੇ ਜੀਵਨੀ। ਭਾਵ ਰੇਖਾ ਚਿੱਤਰ ਦੇ ਵਿੱਚ ਕਹਾਣੀ, ਆਲੋਚਨਾ ਅਤੇ ਜੀਵਨੀ ਦੇ ਜੋ ਹੈ ਤੱਤਾਂ ਦਾ ਸਮਾਵੇਸ਼ ਹੁੰਦਾ ਹੈ। ਔਰ ਡਾਕਟਰ ਧਰਮਪਾਲ ਸਿੰਘਲ ਅਨੁਸਾਰ ਰੇਖਾ ਚਿੱਤਰ ਜੀਵਨੀ ਅਤੇ ਸੰਸਮਰਣ ਵਿਚਾਲੇ ਦੀ ਚੀਜ਼ ਹੈ। ਭਾਵ ਇਹਨਾਂ ਦੋਹਾਂ ਦੇ ਜੀਵਨੀ ਅਤੇ ਸੰਸਮਰਣ ਦੇ ਵਿਚਾਲੇ ਜੇ ਕੋਈ ਵਿਧਾ ਰੱਖੀ ਜਾ ਸਕਦੀ ਹੈ ਤੇ ਉਸ ਨੂੰ ਰੇਖਾ ਚਿੱਤਰ ਕਿਹਾ ਜਾਂਦਾ ਹੈ। ਸੋ ਸਪਸ਼ਟ ਹੈ ਕਿ ਰੇਖਾ ਚਿੱਤਰ ਜੋ ਹੈ ਕਿਸੇ ਵਿਅਕਤੀ ਵਿਸ਼ੇਸ਼ ਦੇ ਜੀਵਨ ਦੀ ਜੋ ਹੈ ਅਸਲੀ ਤਸਵੀਰ ਜੋ ਹੈ ਸ਼ਾਬਦਿਕ ਰੂਪ ਦੇ ਵਿੱਚ ਬਿਆਨ ਕਰਨ ਦਾ ਨਾਂ ਹੈ। ਇਸ ਨੂੰ ਸ਼ਬਦੀ ਚਿੱਤਰ ਵੀ ਕਿਹਾ ਜਾਂਦਾ ਹੈ, ਕਲਮੀ ਚਿੱਤਰ ਵੀ ਕਿਹਾ ਜਾਂਦਾ ਹੈ, ਜਾਂ ਵਿਅਕਤੀ ਚਿੱਤਰ ਅਤੇ ਸੁਭਾਅ ਚਿੱਤਰ ਵੀ ਜਿਹੜੇ ਹਨ ਇਸੇ ਦੇ ਹੀ ਨਾਮ ਹਨ। ਇਸ ਤੋਂ ਅੱਗੇ ਆ ਜਾਂਦਾ ਹੈ ਰੇਖਾ ਚਿੱਤਰ ਦੇ ਪ੍ਰਮੁੱਖ ਤੱਤ, ਕਿਉਂਕਿ ਹਰ ਸਾਹਿਤ ਰਚਨਾ ਦੇ ਕੁਝ ਨਾ ਕੁਝ ਪ੍ਰਮੁੱਖ ਤੱਤ ਹੁੰਦੇ ਹਨ। ਰੇਖਾ ਚਿੱਤਰ ਦੇ ਵਿੱਚ ਨਾਇਕ ਜੋ ਹੈ ਉਹ ਪ੍ਰਧਾਨ ਹੁੰਦਾ ਹੈ। ਭਾਵ ਕਿਉਂਕਿ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਲਿਖਿਆ ਜਾਂਦਾ ਹੈ, ਇੱਥੇ ਧਿਆਨਯੋਗ ਨੁਕਤਾ ਇਹ ਹੈ ਕਿ ਵਿਅਕਤੀ
ਵਿਸ਼ੇਸ਼ ਭਾਵ ਰੇਖਾ ਚਿੱਤਰ ਕਿਸੇ ਜਨ ਸਧਾਰਨ ਜਾਂ ਆਮ ਮਨੁੱਖ ਦੇ ਬਾਰੇ ਨਹੀਂ ਲਿਖਿਆ ਜਾਂਦਾ ਹੈ। ਵਿਅਕਤੀ ਵਿਸ਼ੇਸ਼ ਜੋ ਹੈ ਇਸ ਦਾ ਨਾਇਕ ਹੋ ਸਕਦਾ ਹੈ। ਕਿਉਂ ਹੋ ਸਕਦਾ ਹੈ? ਕਿਉਂਕਿ ਕੋਈ ਵਿਅਕਤੀ ਵਿਸ਼ੇਸ਼ ਜਿਹੜਾ ਹੈ ਉਸ ਦੇ ਜੀਵਨ ਦੇ ਬਾਰੇ ਜਾਣਨ ਦੀ ਆਮ ਜਨ ਦੇ ਵਿੱਚ, ਪਾਠਕਾਂ ਦੇ ਵਿੱਚ, ਦਰਸ਼ਕਾਂ ਦੇ ਵਿੱਚ ਜੋ ਹੈ ਬੇਹੱਦ ਰੁਚੀ ਹੁੰਦੀ ਹੈ ਔਰ ਉਹਨਾਂ ਦੀ ਇਸ ਲੋੜ ਦੀ ਪੂਰਤੀ ਜਿਹੜੀ ਹੈ ਰੇਖਾ ਚਿੱਤਰ ਦੁਆਰਾ ਹੋ ਸਕਦੀ ਹੈ। ਭਾਵ ਵਿਅਕਤੀ ਵਿਸ਼ੇਸ਼ ਦੇ ਜੀਵਨ ਦੇ ਜੋ ਕੁਝ ਅਣਕੱਜੇ ਪੱਖ ਹਨ ਜਾਂ ਅਣਦਿਸਦੇ ਪਹਿਲੂ ਜਿਹੜੇ ਹਨ ਉਹਨਾਂ ਨੂੰ ਬਾਰੇ ਜਾਣਕਾਰੀ ਹਾਸਲ ਕਰਨਾ ਜੋ ਹੈ ਉਹ ਰੇਖਾ ਚਿੱਤਰ ਤੋਂ ਹੀ ਗ੍ਰਹਿਣ ਹੋ ਸਕਦੀ ਹੈ। ਸੋ ਅਗਲਾ ਤੱਥ ਆ ਜਾਂਦਾ ਹੈ ਇਤਿਹਾਸਕਤਾ, ਕਿਉਂਕਿ ਇਤਿਹਾਸਕਤਾ ਦਾ ਪੁੱਟ ਹੋਣਾ ਵੀ ਰੇਖਾ ਚਿੱਤਰ ਦੇ ਵਿੱਚ ਜ਼ਰੂਰੀ ਹੈ। ਇਤਿਹਾਸਕਤਾ ਤੋਂ ਭਾਵ ਹੈ ਜਦੋਂ ਇੱਕ ਹੁੰਦਾ ਹੈ ਇਤਿਹਾਸ, ਇੱਕ ਹੁੰਦਾ ਹੈ ਮਿਥਿਹਾਸ। ਮਿਥਿਹਾਸ ਜੋ ਹੈ ਉਹ ਕਲਪਨਾ 'ਤੇ ਆਧਾਰਿਤ ਹੁੰਦਾ ਹੈ, ਜਿਸ ਦੇ ਬਾਰੇ ਸਮੇਂ ਸਥਾਨ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੁੰਦੀ, ਪਰ ਇਤਿਹਾਸ ਜੋ ਹੈ ਉਸ ਦੇ ਸਮੇਂ ਸਥਾਨ ਤੋਂ ਅਸੀਂ ਵਾਕਿਫ ਹੁੰਦੇ ਹਾਂ ਔਰ ਉਸ ਦੇ ਵਿੱਚ ਯਥਾਰਥ ਦਾ ਅੰਸ਼ ਹੁੰਦਾ ਹੈ, ਭਾਵ ਵਾਸਤਵਿਕਤਾ ਹੁੰਦੀ ਹੈ ਔਰ ਕਲਪਨਾ ਦਾ ਸੁਮੇਲ ਨਹੀਂ ਹੁੰਦਾ। ਕਿਉਂਕਿ ਵਿਅਕਤੀ ਵਿਸ਼ੇਸ਼ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਵਿਅਕਤੀ ਕਿੱਥੇ ਜਨਮਿਆ ਹੈ, ਉਸ ਦਾ ਸਮਾਂ ਸਾਡੇ ਕੋਲ ਮੌਜੂਦ ਹੈ, ਕਿਸ ਸਮੇਂ ਦੇ ਵਿੱਚ ਹੈ, ਕਿਸ ਕਾਲ ਦੇ ਵਿੱਚ ਹੈ ਔਰ ਜਨਮ ਸਮਾਂ ਅਤੇ ਜਨਮ ਸਥਾਨ ਦੋਵੇਂ ਚੀਜ਼ਾਂ ਇੱਥੇ ਹਾਜ਼ਰ ਹਨ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਸ ਨੂੰ ਰੇਖਾ ਚਿੱਤਰ ਨੂੰ ਵਾਸਤਵਿਕਤਾ ਦੇ ਨੇੜੇ ਲੈ ਜਾਂਦੀਆਂ ਨੇ ਅਤੇ ਨਾਲ ਦੀ ਨਾਲ ਉਸ ਨੂੰ ਇਤਿਹਾਸਕ ਰੰਗਣ ਵੀ ਦਿੰਦੀਆਂ ਨੇ, ਕਿਉਂਕਿ ਇਹੀ ਰਚਨਾ ਜਿਹੜੀ ਹੈ ਅੱਗੇ ਜਾ ਕੇ ਇਤਿਹਾਸ ਜੋ ਹੈ ਬਣ ਜਾਣੀ ਹੈ, ਭਾਵ ਵਰਤਮਾਨ ਨੇ ਭਵਿੱਖ ਦੇ ਵਿੱਚ ਇਤਿਹਾਸ ਦਾ ਦਰਜਾ ਅਖਤਿਆਰ ਕਰ ਜਾਣਾ ਹੈ। ਸੋ ਰੇਖਾ ਚਿੱਤਰ ਦੇ ਵਿੱਚ ਜੋ ਹੈ ਕਲਪਨਾ ਦਾ ਸੁਮੇਲ ਘੱਟ ਅਤੇ ਵਾਸਤਵਿਕ ਰੰਗਣ ਜਿਹੜੀ ਹੈ ਉਹ ਜ਼ਿਆਦਾ ਹੁੰਦੀ ਹੈ ਔਰ ਸੱਚਾਈ ਭਾਵ ਜੋ ਇਤਿਹਾਸਕਤਾ ਹੈ ਉਸ ਦੇ ਵਿੱਚ ਸੱਚਾਈ ਦਾ ਹੋਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਸੱਚਾਈ ਜਿਹੜੀ ਹੈ ਉਹ ਘਟਨਾ ਨੂੰ ਜੋ ਹੈ ਉਹ ਯਥਾਰਥਕ ਬਣਾਉਂਦੀ ਹੈ, ਮੰਨਣ ਯੋਗ ਬਣਾਉਂਦੀ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਨਿਰਪੱਖਤਾ, ਕਿਉਂਕਿ ਜੋ ਰੇਖਾਕਾਰ ਹੈ, ਰੇਖਾ ਚਿੱਤਰਕਾਰ ਹੈ, ਉਸ ਦਾ ਜੋ ਨਾਇਕ ਦੇ ਪ੍ਰਤੀ ਜਾਂ ਉਸ ਘਟਨਾ ਦੇ ਪ੍ਰਤੀ ਭਾਵ ਉਸ ਵਿਅਕਤੀ ਵਿਸ਼ੇਸ਼ ਦੇ ਪ੍ਰਤੀ ਨਿਰਪੱਖਤਾ ਵਾਲਾ ਅੰਦਾਜ਼ ਹੋਣਾ ਚਾਹੀਦਾ ਹੈ। ਭਾਵ ਉਸ ਦੇ ਜੀਵਨ ਦੇ ਬਾਰੇ ਉਸ ਤੋਂ ਦੂਰ ਖਲੋ ਕੇ ਬਿਲਕੁਲ ਨਿਰਪੱਖ ਅੰਦਾਜ਼ ਦੇ ਵਿੱਚ ਗੱਲ ਕਹਿਣਾ, ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ, ਭਾਵ ਕੋਈ ਪੱਖਪਾਤ ਨਹੀਂ ਕਰਨਾ। ਭਾਵ ਜੇਕਰ ਉਹ ਕੋਈ ਦੋਸਤ ਹੈ ਤੇ ਉਸ ਦੇ ਬਾਰੇ ਝੂਠੀਆਂ ਗੱਲਾਂ ਬਿਆਨ ਕਰ ਦੇਣੀਆਂ ਔਰ ਜੇ ਕੋਈ ਦੁਸ਼ਮਣ ਹੈ ਭਾਵ ਜਿਸ ਦੇ ਨਾਲ ਕੋਈ ਵੈਰ ਹੈ, ਈਰਖਾ ਹੈ, ਤੇ ਉਸ ਦੇ ਜੀਵਨ ਦੇ ਜਿਹੜੇ ਹੈ ਸੱਚ ਨੂੰ ਲੁਕਾ ਕੇ ਸਗੋਂ ਉਸ ਦੇ ਵਿਰੋਧੀ ਸੱਚ ਤੋਂ ਓਪੋਜ਼ਿਟ ਭਾਵ ਝੂਠ ਦਾ ਸਮਾਵੇਸ਼ ਕਰ ਦੇਣਾ। ਇਸ ਲਈ ਰੇਖਾ ਚਿੱਤਰਕਾਰ ਦੇ ਲਈ ਸਭ ਤੋਂ ਮੁੱਢਲੀ ਜੋ ਹੈ ਜ਼ਰੂਰੀ ਗੱਲ ਹੈ ਉਹ ਉਸ ਦਾ ਨਿਰਪੱਖ ਹੋਣਾ ਬੇਹੱਦ ਜ਼ਰੂਰੀ ਹੈ ਔਰ ਵਿਅਕਤੀ ਵਿਸ਼ੇਸ਼ ਦੇ ਜੀਵਨ ਦੇ ਨਾਲ ਜੁੜੀਆਂ ਘਟਨਾਵਾਂ ਨੂੰ, ਜੁੜੀਆਂ ਯਾਦਾਂ ਨੂੰ, ਜੁੜੇ ਤੱਥਾਂ ਨੂੰ ਜੋ ਹੈ ਬੇਹੱਦ ਸੱਚਾਈ ਅਤੇ ਇਮਾਨਦਾਰੀ ਦੇ ਨਾਲ ਨਿਰਪੱਖ ਹੋ ਕੇ ਬੜੇ ਹੀ ਸੰਜਮ ਭਰਪੂਰ ਸ਼ਬਦਾਂ ਦੇ ਵਿੱਚ ਪੇਸ਼ ਕਰਨਾ। ਔਰ ਭਾਸ਼ਾ ਸ਼ੈਲੀ ਜਿਹੜੀ ਹੈ ਰੇਖਾ ਚਿੱਤਰਕਾਰ ਦੀ ਬੇਹੱਦ ਜੋ ਹੈ ਸਰਲ ਸਪਸ਼ਟ ਹੋਣੀ ਚਾਹੀਦੀ ਹੈ। ਉਸ ਦੇ ਕੋਲ ਸ਼ਬਦਾਂ ਦਾ ਭੰਡਾਰ ਹੋਣਾ ਚਾਹੀਦਾ ਹੈ, ਸ਼ਬਦ ਉਸ ਨੂੰ ਜੜਨੇ ਆਉਣੇ ਚਾਹੀਦੇ ਹਨ, ਸ਼ਬਦ ਮੜਨੇ ਆਉਣੇ ਚਾਹੀਦੇ ਹਨ ਔਰ ਸ਼ਬਦਾਵਲੀ ਜਿੰਨੀ ਹੀ ਉਸ ਦੀ ਖਿੱਚ ਭਰਪੂਰ ਹੋਏਗੀ ਉਨੀ ਹੀ ਉਹ ਰਚਨਾ ਜਿਹੜੀ ਹੈ ਪਾਠਕਾਂ ਦੇ ਵਿੱਚ ਸਰਾਹੀ ਜਾਏਗੀ, ਮਕਬੂਲ ਹੋਵੇਗੀ, ਭਾਵ ਪ੍ਰਸਿੱਧ ਹੋਵੇਗੀ। ਸੋ ਜੋ ਭਾਸ਼ਾ ਜਿਹੜੀ ਹੈ ਜਿੰਨੀ ਸਰਲ ਅਤੇ ਸਪਸ਼ਟ ਹੋਵੇਗੀ ਉਨੀ ਹੀ ਉਹ ਜਨ ਸਧਾਰਨ ਦੇ ਵਿੱਚ ਰਚਨਾ ਜਿਹੜੀ ਹੈ ਵਧੇਰੇ ਲੋਕਪ੍ਰਿਯ ਹੋਏਗੀ, ਕਿਉਂਕਿ ਜੋ ਸਾਹਿਤ ਹੈ ਉਹ ਪੜ੍ਹਨਯੋਗ ਚੀਜ਼ ਹੈ ਔਰ ਪੜ੍ਹਨ ਦੇ ਲਈ ਹਰ ਕਿਸਮ ਦਾ ਪਾਠਕ ਜਿਹੜਾ ਹੈ ਉਸ ਨੂੰ ਪੜ੍ਹੇਗਾ। ਕੋਈ ਵਧੇਰੇ ਪੜ੍ਹਿਆ ਲਿਖਿਆ ਵੀ ਹੋ ਸਕਦਾ ਹੈ, ਕੋਈ ਜੋ ਹੈ ਆਮ ਅਨਪੜ੍ਹ ਵਿਅਕਤੀ ਵੀ ਭਾਵ ਜਿਸ ਨੂੰ ਥੋੜ੍ਹੀ ਬਹੁਤੀ ਭਾਸ਼ਾ ਦੀ ਜਾਣਕਾਰੀ ਹੋਵੇ, ਜੇਕਰ ਭਾਸ਼ਾ ਸਰਲ ਅਤੇ ਸੁਖੈਨ ਹੋਵੇਗੀ ਤਾਂ ਉਸ ਨੂੰ ਹਰ ਵਰਗ ਦਾ ਪਾਠਕ ਜਿਹੜਾ ਹੈ ਉਸ ਨੂੰ ਮਿਲੇਗਾ ਔਰ ਬੜੇ ਹੀ ਰੁਚੀ ਦੇ ਨਾਲ ਉਸ ਰਚਨਾ ਦੇ ਵਿੱਚ ਜੋ ਹੈ ਆਪਣੀ ਰੁਚੀ ਜਾਂ ਆਪਣਾ ਇੰਟਰਸਟ ਜਿਹੜਾ ਹੈ ਉਸ ਦਾ ਪੈਦਾ ਹੋਵੇਗਾ। ਸੋ ਇਸ ਤੋਂ ਅਗਲਾ ਤੱਥ ਜਿਹੜਾ ਆ ਜਾਂਦਾ ਹੈ ਉਹ ਆ ਜਾਂਦਾ ਹੈ ਰੇਖਾ ਚਿੱਤਰ ਦੇ ਪ੍ਰਕਾਰ। ਰੇਖਾ ਚਿੱਤਰ ਦੇ ਪ੍ਰਕਾਰ ਭਾਵ ਮਨੋਵਿਗਿਆਨਿਕ ਰੇਖਾ ਚਿੱਤਰ ਵੀ ਹਨ, ਭਾਵ ਜਿਸ ਰੇਖਾ ਚਿੱਤਰ ਨੇ ਜਿਸ ਮਨੁੱਖ ਨੂੰ ਜਾਂ ਜਿਸ ਸ਼ਖਸੀਅਤ ਨੂੰ ਜਾਂ ਜਿਸ ਵਿਅਕਤੀ ਵਿਸ਼ੇਸ਼ ਨੂੰ ਆਪਣੀ ਰਚਨਾ ਦਾ ਮਾਧਿਅਮ ਬਣਾਇਆ ਹੈ ਉਸ ਦੀ ਮਨੋਵਿਗਿਆਨਕ ਪੇਸ਼ਕਾਰੀ ਕਰਨਾ, ਭਾਵ ਉਸ ਦੀ ਜ਼ਿੰਦਗੀ ਦੇ ਕੁਝ ਮਨੋਵਿਗਿਆਨਿਕ ਪੱਖਾਂ ਦਾ
ਜੋ ਹੈ ਲੇਖਾ ਜੋਖਾ ਕਰਨਾ। ਜਿਵੇਂ ਗਾਰਗੀ ਦੇ ਰੇਖਾ ਚਿੱਤਰ ਹਨ, ਖਾਸ ਕਰਕੇ ਜੋ ਸੁਰਮੇ ਵਾਲੀ ਅੱਖ ਰੇਖਾ ਚਿੱਤਰ ਹੈ, ਜੋ ਕਿ ਸੰਤੋਖ ਸਿੰਘ ਧੀਰ ਜੋ ਹਨ ਪੰਜਾਬੀ ਦੇ ਬੇਹੱਦ ਪ੍ਰਸਿੱਧ ਲੇਖਕ ਹਨ, ਕਵੀ ਹਨ, ਕਹਾਣੀਕਾਰ ਹਨ। ਔਰ ਸੰਤੋਖ ਸਿੰਘ ਧੀਰ ਦੇ ਜੀਵਨ ਜੋ ਸ਼ਖਸੀਅਤ ਹੈ, ਉਹਨਾਂ ਦਾ ਵਿਅਕਤੀਤਵ ਦੇ ਕੁਝ ਮਨੋਵਿਗਿਆਨਿਕ ਪੱਖਾਂ ਨੂੰ ਉਸ ਦੇ ਵਿੱਚ ਪੇਸ਼ ਕਰਨ ਦੀ ਜੋ ਹੈ ਲੇਖਕ ਨੇ ਖੁੱਲ੍ਹ ਲਈ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਵਿਅੰਗਾਤਮਕ, ਭਾਵ ਜੋ ਵੀ ਵਿਅਕਤੀ ਨਾਇਕ ਹੈ ਰੇਖਾ ਚਿੱਤਰ ਦਾ, ਉਸ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਘਟਨਾਵਾਂ ਨੂੰ ਜੋ ਹੈ ਵਿਅੰਗਾਤਮਕ ਰੂਪ ਦੇ ਵਿੱਚ ਵੀ ਪੇਸ਼ ਕੀਤਾ ਜਾ ਸਕਦਾ ਹੈ। ਸੋ ਕੁਝ ਰੇਖਾ ਚਿੱਤਰ ਮਨੋਵਿਗਿਆਨਿਕ ਹੁੰਦੇ ਹਨ, ਕੁਝ ਵਿਅੰਗਾਤਮਕ ਹੁੰਦੇ ਹਨ, ਕੁਝ ਵਰਣਨਾਤਮਕ ਹੁੰਦੇ ਹਨ, ਭਾਵ ਬਹੁਤ ਵਧੇਰੇ ਵਰਣਨ ਜਾਂ ਵਿਸਤਾਰ ਦੇ ਵਿੱਚ ਜਾ ਕੇ ਉਸ ਸਮੇਂ ਦੀਆਂ ਘਟਨਾਵਾਂ ਨੂੰ ਬਿਆਨ ਕਰਨਾ, ਉਸ ਵਿਅਕਤੀ ਦੇ ਨਾਲ ਜੁੜੀਆਂ ਸਮ੍ਰਿਤੀਆਂ ਨੂੰ, ਯਾਦਾਂ ਨੂੰ ਬਿਆਨ ਕੀਤਾ ਜਾਂਦਾ ਹੈ। ਬਿਰਤਾਂਤਕ ਰੇਖਾ ਚਿੱਤਰ, ਜਿਸ ਦੇ ਵਿੱਚ ਜੋ ਹੈ ਲੇਖਕ ਭਾਵ ਰੇਖਾ ਚਿੱਤਰਕਾਰ ਆਪਣੀ ਕਲਪਨਾ ਦੇ ਆਧਾਰ 'ਤੇ ਉਸ ਰੇਖਾ ਚਿੱਤਰ ਦੇ ਵਿੱਚ ਕਥਾ ਰਸ ਪੈਦਾ ਕਰ ਦੇਣਾ, ਕਹਾਣੀ ਜਿਹੀ ਉਸ ਦੇ ਵਿੱਚੋਂ ਖੁਸ਼ਬੂ ਜਾਂ ਮਹਿਕ ਦੀ ਸਿਰਜਣਾ ਹੋਣਾ। ਔਰ ਸੰਸਮਰਣਾਤਮਕ, ਭਾਵ ਆਪਣੇ ਸੰਸਮਰਣ ਭਾਵ ਯਾਦਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਜੁੜੇ ਹੋਏ ਵੀ ਕੁਝ ਰੇਖਾ ਚਿੱਤਰ ਲਿਖੇ ਗਏ ਹਨ। ਸੋ ਇਹ ਸਨ ਰੇਖਾ ਚਿੱਤਰ ਦੇ ਪ੍ਰਕਾਰ। ਇਸ ਤੋਂ ਬਾਅਦ ਆ ਜਾਂਦਾ ਹੈ ਰੇਖਾ ਚਿੱਤਰ ਜੋ ਪੰਜਾਬੀ ਦੇ ਵਿੱਚ ਪ੍ਰਸਿੱਧ ਰੇਖਾ ਚਿੱਤਰ ਹੁਣ ਤੱਕ ਲਿਖੇ ਗਏ ਹਨ, ਉਹਨਾਂ ਦੇ ਬਾਰੇ ਵੀ ਅਸੀਂ ਨਾਲ ਦੀ ਨਾਲ ਜਾਣਕਾਰੀ ਹਾਸਿਲ ਦੇਣਾ ਚਾਹ ਰਹੇ ਹਾਂ। ਸਭ ਤੋਂ ਪਹਿਲਾਂ ਪੰਜਾਬੀ ਦੇ ਵਿੱਚ ਜੋ ਸਥਾਪਨਾ ਹੋਈ ਹੈ ਜਦੋਂ ਰੇਖਾ ਚਿੱਤਰ ਦੀ, ਤਾਂ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਰੇਖਾ ਚਿੱਤਰ ਜੋ ਹੈ ਮੁੱਢਲੇ ਰੇਖਾ ਚਿੱਤਰਾਂ ਦੇ ਵਿੱਚ ਆ ਜਾਂਦਾ ਹੈ, ਜੋ ਸੀ ਮੇਰੇ ਦਾਦੀ ਜੀ। ਉਹਨਾਂ ਨੇ ਆਪਣੀ ਦਾਦੀ ਦਾ ਜੋ ਰੇਖਾ ਚਿੱਤਰ ਲਿਖਿਆ ਸੀ, ਇਸ ਨੂੰ ਅਸੀਂ ਪੰਜਾਬੀ ਦਾ ਮੁੱਢਲਾ ਰੇਖਾ ਚਿੱਤਰ ਕਹਿ ਸਕਦੇ ਹਾਂ। ਇਸ ਤੋਂ ਬਾਅਦ ਚਰਨ ਸਿੰਘ ਸ਼ਹੀਦ ਦਾ ਹੱਸਦੇ ਹੰਝੂ, ਜੋ ਬਾਬਾ ਵਰਿਆਮਾ ਬਾਰੇ ਲਿਖਿਆ ਗਿਆ ਇਹ ਰੇਖਾ ਚਿੱਤਰ ਜੋ ਸੀ, ਇਹ ਵੀ ਮੁੱਢਲੇ ਰੇਖਾ ਚਿੱਤਰਾਂ ਦੇ ਵਿੱਚੋਂ ਆ ਜਾਂਦਾ ਹੈ। ਅਤੇ ਇਸ ਦੇ ਨਾਲ ਹੀ ਅੱਗੋਂ ਤੇਜਾ ਸਿੰਘ, ਪ੍ਰਿੰਸੀਪਲ ਤੇਜਾ ਸਿੰਘ ਨੇ ਜੋ ਗੰਗਾਦੀਨ ਅਤੇ ਪ੍ਰੀਤਮ ਸਿੰਘ ਦਾ ਸੁਭਾਅ ਨਾਮ ਦੇ ਜੋ ਰੇਖਾ ਚਿੱਤਰ ਲਿਖੇ ਹਨ, ਇਹ ਵੀ ਰੇਖਾ ਚਿੱਤਰ ਦੀਆਂ ਖੂਬੀਆਂ ਦੇ ਨਾਲ ਭਰਪੂਰ ਹਨ। ਔਰ ਇਹ ਰਚਨਾਵਾਂ ਜਿਹੜੀਆਂ ਨੇ, ਇਹਨਾਂ ਨੂੰ ਵੀ ਅਸੀਂ ਮੁੱਢਲੇ ਪੰਜਾਬੀ ਰੇਖਾ ਚਿੱਤਰਾਂ ਦੇ ਵਿੱਚ ਦਰਜ ਕਰ ਸਕਦੇ ਹਾਂ। ਈਸ਼ਵਰ ਚਿੱਤਰਕਾਰ ਦਾ ਕਲਮ ਦੀ ਆਵਾਜ਼, ਭਾਵ ਇਹ ਚਾਰ ਜੋ ਰੇਖਾ ਚਿੱਤਰਕਾਰ ਹਨ, ਇਹਨਾਂ ਨੂੰ ਅਸੀਂ ਮੁੱਢਲੇ ਪੰਜਾਬੀ ਰੇਖਾ ਚਿੱਤਰਾਂ ਦੇ ਵਿੱਚ ਰੱਖ ਸਕਦੇ ਹਾਂ। ਅਤੇ ਪੰਜਾਬੀ ਦਾ ਜੋ ਸਭ ਤੋਂ ਮਕਬੂਲ ਰੇਖਾ ਚਿੱਤਰਕਾਰ ਹੈ, ਉਹ ਹੈ ਬਲਵੰਤ ਗਾਰਗੀ, ਜਿਸ ਦੇ ਨਿੰਮ ਦੇ ਪੱਤੇ, ਸੁਰਮੇ ਵਾਲੀ ਅੱਖ, ਕੌਡੀਆਂ ਵਾਲਾ ਸੱਪ, ਹੁਸੀਨ ਚਿਹਰੇ ਅਤੇ ਸ਼ਰਬਤ ਦੀਆਂ ਘੁੱਟਾਂ, ਇਹ ਸਾਰੇ ਦੇ ਸਾਰੇ ਰੇਖਾ ਚਿੱਤਰ ਜੋ ਨੇ ਇਹ ਬੇਹੱਦ ਰਸਮਈ ਹਨ। ਔਰ ਬਲਵੰਤ ਗਾਰਗੀ ਨੇ ਪੰਜਾਬੀ ਰੇਖਾ ਚਿੱਤਰ ਨੂੰ ਇੱਕ ਨਵਾਂ ਜੋ ਹੈ ਰੰਗ, ਇੱਕ ਨਵਾਂ ਰੂਪ ਦਿੱਤਾ। ਔਰ ਇਸੇ ਦੇ ਨਾਲ ਹੀ ਬਲਵੰਤ ਗਾਰਗੀ ਦੇ ਇਹ ਰੇਖਾ ਚਿੱਤਰ ਪੁਸਤਕਾਂ ਜਿਹੜੀਆਂ ਹਨ, ਪੰਜਾਬੀ ਰੇਖਾ ਚਿੱਤਰ ਦੀ ਝੋਲੀ ਨੂੰ ਜੋ ਹੈ ਉਹ ਬੇਹੱਦ ਵਿਕਸਿਤ ਕਰਦੀਆਂ ਹਨ। ਹਰਿੰਦਰ ਸਿੰਘ ਰੂਪ ਦੇ ਚੁੰਝਾਂ ਪਹੁੰਚੇ, ਰੂਪ ਰੀਝਾਂ ਅਤੇ ਰੂਪ ਰੰਗ, ਇਹ ਵੀ ਜਿਹੜੇ ਹਨ ਇਹ ਵੀ ਮਨੁੱਖੀ ਸੁਭਾਅ ਬਾਰੇ ਲਿਖੇ ਗਏ ਰੇਖਾ ਚਿੱਤਰ ਹਨ। ਚੁੰਝਾਂ ਪਹੁੰਚੇ ਦੇ ਵਿੱਚ ਪੰਛੀਆਂ ਦੇ ਸੁਭਾਵਾਂ ਨੂੰ ਵੀ ਉਸਨੇ, ਭਾਵ ਪਸ਼ੂ ਪੰਛੀਆਂ ਨੂੰ ਵੀ ਜੋ ਹੈ ਰੇਖਾ ਚਿੱਤਰਾਂ ਦਾ ਮਾਧਿਅਮ ਬਣਾਇਆ ਹੈ। ਕੁਲਬੀਰ ਸਿੰਘ ਕਾਂਗ ਦੁਆਰਾ ਰਚਿਤ ਜੋ ਰੇਖਾ ਚਿੱਤਰ ਹਨ, ਬੱਦਲਾਂ ਦੇ ਰੰਗ, ਪੱਥਰ ਲੀਕਾਂ, ਪੱਕੀਆਂ ਇੱਟਾਂ, ਸਿਰਨਾਵੇਂ ਮਿੱਤਰਾਂ ਦੇ ਅਤੇ ਦੁੱਧ ਦੇ ਦਰਿਆ, ਇਹ ਵੀ ਸਾਰੇ ਰੇਖਾ ਚਿੱਤਰ ਜਿਹੜੇ ਨੇ ਇਹ ਬੇਹੱਦ ਹੀ ਇੰਟਰਸਟਿੰਗ ਸ਼ੈਲੀ ਦੇ ਵਿੱਚ ਲਿਖੇ ਗਏ ਹਨ, ਭਾਵ ਬੜੇ ਰੁਚੀਕਰ ਹਨ, ਭਾਵ ਰਸਾਤਮਕ ਹਨ, ਪਾਠਕਾਂ ਨੂੰ ਬੜਾ ਰਸ ਪ੍ਰਦਾਨ ਕਰਦੇ ਹਨ। ਬਲਵੰਤ ਗਾਰਗੀ ਅਤੇ ਕੁਲਬੀਰ ਸਿੰਘ ਕਾਂਗ ਦਾ ਪੰਜਾਬੀ ਰੇਖਾ ਚਿੱਤਰਕਾਰਾਂ ਦੇ ਵਿੱਚ ਕਾਫੀ ਪ੍ਰਸਿੱਧ ਨਾਮ ਹੈ। ਅੰਮ੍ਰਿਤਾ ਪ੍ਰੀਤਮ, ਅਜੀਤ ਕੌਰ ਅਤੇ ਦਲੀਪ ਕੌਰ ਟਿਵਾਣਾ, ਤਿੰਨ ਜੋ ਹਨ ਇਹ ਲੇਖਿਕਾਵਾਂ ਹਨ, ਜਿਨ੍ਹਾਂ ਨੇ ਰੇਖਾ ਚਿੱਤਰ ਸਾਹਿਤ ਦੇ ਵਿੱਚ ਆਪਣਾ ਨਿਵੇਕਲਾ ਯੋਗਦਾਨ ਪਾਇਆ। ਅੰਮ੍ਰਿਤਾ ਪ੍ਰੀਤਮ ਦਾ ਕਿਰਮਚੀ ਲਕੀਰਾਂ ਅਤੇ ਦਲੀਪ ਕੌਰ ਦਾ ਜਿਉਣ ਜੋਗੇ ਜੋ ਹੈ ਇਹ ਰੇਖਾ ਚਿੱਤਰਕਾਰ ਹਨ, ਚਿੱਤਰ ਹਨ। ਔਰ ਪਰ ਅਜੀਤ ਕੌਰ ਦਾ ਜੋ ਰੇਖਾ ਚਿੱਤਰ ਹੈ ਤਕੀਏ ਦਾ ਪੀਰ, ਇਹ ਵੀ ਪੰਜਾਬੀ ਰੇਖਾ ਚਿੱਤਰ ਦੇ ਵਿੱਚ ਜੋ ਹੈ ਰੇਖਾ ਚਿੱਤਰ ਸਾਹਿਤ ਦੇ ਵਿੱਚ ਇਹ ਇੱਕ ਮਿਸਾਲੀ ਰਚਨਾ ਹੈ, ਬੇਹੱਦ ਜੋ ਹੈ ਰਸ ਭਰਪੂਰ। ਇਸ ਤੋਂ ਬਾਅਦ ਆ ਜਾਂਦਾ ਹੈ ਪ੍ਰੀਤਮ ਸਿੰਘ ਦਾ, ਪ੍ਰੋਫੈਸਰ ਪ੍ਰੀਤਮ ਸਿੰਘ ਦਾ ਮੂਰਤਾਂ, ਜੀਤ ਸਿੰਘ ਸੀਤਲ ਦਾ ਮਿੱਤਰ, ਅਸਾਡੜੇ ਸੋਈ, ਔਰ ਰਘੁਵੀਰ ਸਿੰਘ ਸਿਰਜਣਾ ਦਾ ਮੁਲਾਕਾਤਾਂ, ਨਿੰਦਰ ਘੁੰਗਿਆਣਵੀਂ, ਸੱਜਣ ਮੈਂਡੇ ਰਾਂਗਲੇ ਅਤੇ ਵੱਡਿਆਂ ਦੀ ਸੱਥ, ਸ਼ਮਸ਼ੇਰ ਸਿੰਘ ਸੰਧੂ ਜੋ ਗੀਤਕਾਰ ਹਨ, ਉਹਨਾਂ ਦੁਆਰਾ ਲਿਖੇ ਗਏ ਰੇਖਾ ਚਿੱਤਰ ਸੁਰ ਦਰਿਆਓਂ ਪਾਰ ਦੇ ਲੋਕ ਸੁਰਾਂ,
ਜੋ ਕਿ ਇਹ ਰੇਖਾ ਚਿੱਤਰ ਉਹਨਾਂ ਨੇ ਜਿੰਨੀਆਂ ਵੀ ਸੰਗੀਤਕ ਹਸਤੀਆਂ ਹਨ, ਲੋਕ ਗੀਤਕਾਰੀ ਦੇ ਖਿੱਤੇ ਦੇ ਨਾਲ ਜੁੜੀਆਂ ਹੋਈਆਂ, ਭਾਵੇਂ ਉਹ ਸਾਡੇ ਗੀਤਕਾਰ ਸਨ, ਭਾਵੇਂ ਉਹ ਸੰਗੀਤਕਾਰ ਸਨ, ਭਾਵ ਸ਼ਮਸ਼ੇਰ ਸੰਧੂ ਦੁਆਰਾ ਜੋ ਸਿਰਜਿਤ ਰੇਖਾ ਚਿੱਤਰ ਹਨ, ਇਹਨਾਂ ਦੇ ਵਿੱਚ ਉਹਨਾਂ ਨੇ, ਭਾਵੇਂ ਉਹ ਪੰਜਾਬੀ ਗਾਇਕ ਹਨ, ਭਾਵੇਂ ਗੀਤਕਾਰ ਹਨ, ਉਹਨਾਂ ਦੇ ਨਾਲ ਜੁੜੀਆਂ ਜੋ ਯਾਦਾਂ ਹਨ, ਕੁਝ ਘਟਨਾਵਾਂ ਹਨ, ਕੁਝ ਆਪਣੇ ਅਨੁਭਵ ਹਨ, ਉਹਨਾਂ ਨੂੰ ਪੇਸ਼ ਕਰਨ ਦਾ ਸਫਲ ਯਤਨ ਕੀਤਾ ਹੈ। ਔਰ ਇਸੇ ਨਾਲ ਇਸ ਤੋਂ ਅਗਲੇ ਜੋ ਰੇਖਾ ਚਿੱਤਰਕਾਰ ਹਨ ਉਹ ਹਨ ਸਵਰਨ ਸਿੰਘ, ਜਿਨ੍ਹਾਂ ਨੇ ਪੰਜਾਬੀ ਖਿਡਾਰੀਆਂ ਬਾਰੇ, ਭਾਵ ਸ਼ਮਸ਼ੇਰ ਸਿੰਘ ਸੰਧੂ ਨੇ ਤਾਂ ਜੋ ਪੰਜਾਬੀ ਗੀਤਕਾਰ ਹਨ ਜਾਂ ਗਾਇਕ ਹਨ ਉਹਨਾਂ ਦੇ ਬਾਰੇ ਆਪਣੇ ਰੇਖਾ ਚਿੱਤਰ ਲਿਖੇ ਹਨ, ਔਰ ਸਵਰਨ ਸਿੰਘ ਨੇ ਪੰਜਾਬੀ ਖਿਡਾਰੀਆਂ ਬਾਰੇ। ਔਰ ਇਹਨਾਂ ਦੋਹਾਂ ਦੇ ਜੋ ਰੇਖਾ ਚਿੱਤਰ ਹਨ ਇਹ ਅਕਸਰ ਪੰਜਾਬੀ ਟ੍ਰਿਬਿਊਨ ਦੇ ਵਿੱਚ ਪ੍ਰਕਾਸ਼ਿਤ ਵੀ ਹੁੰਦੇ ਰਹਿੰਦੇ ਹਨ। ਵਿਦਿਆਰਥੀ ਜੇਕਰ ਪੰਜਾਬੀ ਟ੍ਰਿਬਿਊਨ ਅਖਬਾਰ ਪੜ੍ਹਦੇ ਨੇ ਤੇ ਉਹਨਾਂ ਨੂੰ ਇਹਨਾਂ ਦੇ ਬਾਰੇ ਜਾਣਕਾਰੀ ਵੀ ਹੋਵੇਗੀ। ਸੋ ਇਸ ਤਰ੍ਹਾਂ ਅਸੀਂ ਰੇਖਾ ਚਿੱਤਰ ਜੋ ਹੈ ਇਸ ਨੂੰ ਜੋ ਹੈ ਬਹੁਤ ਹੀ ਕੋਸ਼ਿਸ਼ ਕੀਤੀ ਹੈ ਕਿ ਵਿਦਿਆਰਥੀਆਂ ਦੇ ਲਈ ਇਹ ਲਾਹੇਵੰਦ ਹੋ ਸਕੇ ਅੱਜ ਦੀ ਵੀਡੀਓ, ਕਿਉਂਕਿ ਅਸੀਂ ਜਿੰਨੇ ਵੀ ਰੇਖਾ ਚਿੱਤਰਕਾਰ ਹਨ ਉਹਨਾਂ ਨੂੰ, ਜੋ ਮੁੱਢਲੇ ਰੇਖਾ ਚਿੱਤਰਕਾਰ ਹਨ, ਇੱਕ ਭਾਗ ਉਹਨਾਂ ਦਾ ਹੈ ਇਸ ਦੇ ਵਿੱਚ ਜੋ ਮੁੱਢਲੇ ਰੇਖਾ ਚਿੱਤਰ ਦਿੱਤੇ ਹਨ, ਦੂਸਰੇ ਜੋ ਮਕਬੂਲ ਰੇਖਾ ਚਿੱਤਰ ਵੀ ਹਨ, ਅਤੇ ਇਸਤਰੀ ਜੋ ਰੇਖਾ ਚਿੱਤਰਕਾਰ ਹਨ ਉਹਨਾਂ ਦੇ ਬਾਰੇ ਹੈ, ਅਤੇ ਫਿਰ ਜੋ ਸਾਡੇ ਸਮਕਾਲੀ ਹਨ ਉਹਨਾਂ ਦੇ ਬਾਰੇ ਵੀ ਜੋ ਹੈ ਅਸੀਂ ਇਹਦੇ ਵਿੱਚ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਸਮੁੱਚੇ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ, ਸਿੱਟੇ ਵਜੋਂ ਜਾਂ ਨਿਚੋੜ ਵਜੋਂ ਕਿਹਾ ਜਾ ਸਕਦਾ ਹੈ ਕਿ ਜੋ ਰੇਖਾ ਚਿੱਤਰ ਹੈ ਇਹ ਆਧੁਨਿਕ ਪੰਜਾਬੀ ਸਾਹਿਤ ਦਾ ਇੱਕ ਬੇਹੱਦ ਨਵਾਂ ਅਤੇ ਹਰਮਨ ਪਿਆਰਾ ਸਾਹਿਤ ਰੂਪ ਹੈ, ਜਿਸ ਤੋਂ ਭਵਿੱਖ ਦੇ ਵਿੱਚ ਕਾਫੀ ਸੰਭਾਵਨਾਵਾਂ ਵੀ ਮੌਜੂਦ ਹਨ, ਜਿਸ ਦੇ ਅੰਦਰ, ਭਾਵ ਪੰਜਾਬੀ ਸਾਹਿਤ ਦੇ ਜੋ ਘੇਰਾ ਹੈ ਇਸ ਨੂੰ ਹੋਰ ਵੀ ਉਚੇਰੀਆਂ ਸਿਖਰਾਂ 'ਤੇ ਲਿਜਾਣ ਦੇ ਵਿੱਚ ਜੋ ਹੈ ਇਹ ਰੇਖਾ ਚਿੱਤਰਕਾਰ ਯੋਗਦਾਨ ਪਾਉਂਦੇ ਰਹਿਣਗੇ। ਸੋ ਇਸ ਚੈਨਲ ਦੀ ਅੱਜ ਦੀ ਕੀਤੀ ਗਈ ਕੋਸ਼ਿਸ਼ ਜੋ ਹੈ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਇਸ ਦੇ ਬਾਰੇ ਆਪਣੀ ਰਾਏ ਵੀ ਦੇ ਸਕਦੇ ਹੋ। ਔਰ ਅੱਜ ਦੀ ਵੀਡੀਓ ਅਗਰ ਤੁਹਾਨੂੰ ਪਸੰਦ ਆਈ ਹੈ ਤੇ ਹੋਰ ਆਪਣੇ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਵੀ ਕਰ ਸਕਦੇ ਹੋ। ਵੇਖਦੇ ਰਹੋ ਅੱਜ ਦੀ ਵੀਡੀਓ ਨੂੰ। ਮਿਲਦੇ ਹਾਂ ਅਗਲੇ ਲੈਕਚਰ ਦੇ ਵਿੱਚ। ਤਦ ਤੱਕ ਲਈ ਇਜਾਜ਼ਤ। ਧੰਨਵਾਦ।